ਜਿਹੜੀ ਪੇਕੇ ਪਰਿਵਾਰ ਕੋਲੇ ਜ਼ਮੀਨ ਹੁੰਦੀ ਆ ਉਹ ਵੇਚ ਕੇ ਪਤੀ ਦੇ ਉੱਤੇ ਲਾਉਣੀ ਪੈਂਦੀ ਹੈ ਤੇ ਫਿਰ ਸੰਘਰਸ਼ ਜ਼ਿੰਦਗੀ ਦਾ ਚੱਲਦਾ ਹੈ, ਪਰ ਅੰਤ ਇਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਇਹ ਭੈਣ ਨੂੰ ਮਜਬੂਰੀ ਬਸ ਪੈ ਕੇ ਇਹ ਆਰਕੈਸਟਰਾ ਵਾਲਾ ਕੰਮ ਅਪਣਾਉਣਾ ਪੈਂਦਾ, ਕਿਉਂਕਿ ਇੱਕ ਛੋਟੀ ਉਮਰ ਦੀ ਧੀ ਵੀ ਹੁੰਦੀ ਹੈ। ਤਾਂ ਮਜਬੂਰੀ ਬਸ ਪੈ ਕੇ ਇਹ ਭੈਣ ਨੂੰ ਪ੍ਰੋਗਰਾਮਾਂ ਦੇ ਉੱਤੇ ਆਰਕੈਸਟਰਾ ਦੇ ਵਿੱਚ ਜਾ ਕੇ ਨੱਚਣਾ ਪੈਂਦਾ। ਫਿਰ ਜਿਸ ਤਰ੍ਹਾਂ ਹੀ ਮੈਰਿਜ ਹੁੰਦੀ ਹੈ ਮੇਰੇ ਹਸਬੈਂਡ ਕਾਫੀ ਬਿਮਾਰ ਹੋ ਜਾਂਦੇ ਆ। ਅੱਛਾ। ਬਿਮਾਰ ਹੋਣ ਤੋਂ ਬਾਅਦ ਡਾਕਟਰ ਉਹਨਾਂ ਨੂੰ ਜਵਾਬ ਦੇ ਦਿੰਦੇ ਆ ਕਿ ਨਹੀਂ ਹੁਣ ਸੁਧਾਰ ਨਹੀਂ ਹੋ ਸਕਦਾ। ਪ੍ਰੋਬਲਮ ਕੀ ਹੁੰਦੀ ਹੈ? ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਉਹ ਡੈਮੇਜ ਹੋ ਗਈਆਂ ਸੀਗੀਆਂ। ਅੱਛਾ। ਜਿਹਦੀ ਵਜ੍ਹਾ ਕਰਕੇ ਸਾਨੂੰ ਬਹੁਤ ਸਾਰਾ ਸਟਰਗਲ ਦੇਖਣਾ ਪਿਆ। ਅੱਛਾ। ਉਸ ਤੋਂ ਬਾਅਦ ਫਿਰ ਜਦੋਂ ਹੱਥ ਪੱਲੇ ਕੁਛ ਨਹੀਂ ਆਇਆ ਤੇ ਪੇਕੇ ਪਰਿਵਾਰ ਦੀ ਵੀ ਜ਼ਮੀਨ ਵੇਚਣੀ ਪਈ? ਹਾਂਜੀ, ਪੇਕੇ ਪਰਿਵਾਰ ਦੀ ਜ਼ਮੀਨ ਵੇਚਣੀ ਪਈ ਤੇ ਉਹਨਾਂ ਆਪਣੀ ਜ਼ਮੀਨ, ਕਿਉਂਕਿ ਮੇਰਾ ਬ੍ਰਦਰ ਵੀ ਕੋਈ ਨਹੀਂ ਹੈਗਾ। ਅੱਛਾ। ਹਾਂਜੀ, ਤੇ ਮੈਂ ਜ਼ਮੀਨ ਜਿਹੜੀ ਆ ਉਹ ਫਿਰ ਮੇਰੇ ਫਾਦਰ ਸਾਹਿਬ ਨੇ ਵੇਚ ਕੇ ਉਹਨਾਂ ਦੇ ਉੱਤੇ ਇਲਾਜ ਕਰਵਾਇਆ, ਪਰ ਫਿਰ ਵੀ ਅਖੀਰ ਮੌਕਾ ਖੁੰਝ ਗਿਆ, ਸਾਡੇ ਹੱਥ ਪੱਲੇ ਕੁਛ ਨਹੀਂ ਆਇਆ। ਗੁਜ਼ਾਰਾ ਦੇਖੋ ਬਹੁਤ ਜ਼ਿਆਦਾ ਔਖਾ ਸੀ, ਕਿਉਂਕਿ ਮੇਰੇ ਵੱਡੇ ਸਿਸਟਰ ਵੀ ਨੇ, ਉਹ ਆਪਣੀ ਜਗ੍ਹਾ ਤੇ ਮੈਰਿਜ ਹੋ ਗਈ ਸੀ ਉਹਨਾਂ ਦੀ, ਤੇ ਫਿਰ ਮੈਨੂੰ ਠੀਕ ਨਹੀਂ ਸੀ ਲੱਗਦਾ ਕਿ ਮੈਂ ਕਿਸੇ ਦੇ ਅੱਗੇ ਹੱਥ ਫੈਲਾਵਾਂ। ਮੈਂ ਆਪਣੀ ਕਿਸੇ ਫਰੈਂਡ ਦੇ ਨਾਲ ਗੱਲ ਕੀਤੀ, ਉਹਨੇ ਮੈਨੂੰ ਲੁਧਿਆਣੇ ਦਾ ਦੱਸਿਆ ਕਿ ਇਸ ਤਰ੍ਹਾਂ ਆਰਕੈਸਟਰਾ ਗਰੁੱਪ, ਤੂੰ ਆਰਕੈਸਟਰਾ ਗਰੁੱਪ ਨੂੰ ਜੁਆਇਨ ਕਰ ਲਾ। ਮੈਂ ਕਿਹਾ ਮੈਨੂੰ ਕੰਮ ਨਹੀਂ ਆਉਂਦਾ। ਫਿਰ ਮੈਂ 6 ਮਹੀਨੇ ਤਾਂ ਇਸ ਲਾਈਨ ਨੂੰ ਸਿੱਖਿਆ, ਸਮਝਿਆ ਔਰ ਫਿਰ ਇਸ ਫੀਲਡ ਦੇ ਵਿੱਚ ਕਦਮ ਰੱਖਿਆ। ਸੀਰੀਅਸਲੀ ਜੀ ਬਹੁਤ ਔਖਾ ਲੱਗਦਾ ਸੀ, ਔਰ ਜਦੋਂ ਅੰਦਰ ਮਜਬੂਰੀ ਸੀਗੇ ਤੇ ਫਿਰ ਵਲਵਲੇ ਉੱਠਦੇ ਸੀ ਧੀ ਨੂੰ ਦੇਖ ਕੇ ਕਿ ਇਹਦੀ ਪਰਵਰਿਸ਼ ਕਰਨੀ। ਇਸ ਮਜਬੂਰੀ ਨੇ ਥੋੜਾ ਸਟਰੋਂਗ ਬਣਾਤਾ। ਨਹੀਂ, ਮੈਂ ਉਹਨਾਂ ਤੋਂ ਅਲੱਗ ਹੋ ਗਈ ਸੀ। ਅੱਛਾ। ਹਾਂਜੀ, ਸਾਰੇ ਰਿਸ਼ਤੇ ਨਾਤੇ ਟੁੱਟ ਗਏ? ਹਾਂਜੀ, ਮੈਂ ਸਾਰਿਆਂ ਤੋਂ ਸਾਈਡ ਤੇ ਹੋ ਗਈ ਸੀ। ਮੈਂ ਕਿਸੇ ਫੈਮਿਲੀ ਦੇ ਮੈਂਬਰ ਦੇ ਨਾਲ, ਕਿਸੇ ਦੇ ਨਾਲ ਫਿਰ ਬੌਂਡਿੰਗ ਮੈਂ ਬਣਾਈ ਹੀ ਨਹੀਂ, ਸਭ ਤੋਂ ਅਲੱਗ ਰਹੀ। ਕਈ ਵਾਰੀ ਇਸ ਤਰ੍ਹਾਂ ਦੇ ਹਾਸਿਆਂ ਵਿੱਚੋਂ ਵੀ ਲੰਘਣਾ ਪੈ ਜਾਂਦਾ ਹੈ ਕਿ ਲੋਕ ਸਟੇਜ ਤੇ ਆ ਕੇ ਕਹਿ ਦਿੰਦੇ ਆ ਨੰਬਰ ਫੜ ਲਓ, ਸਾਡੇ ਨਾਲ ਗੱਲ ਕਰ ਲਓ, ਜਾਂ ਫਿਰ ਕਹਿ ਦਿੰਦੇ ਆ ਦਿਨ ਦਾ ਕੀ ਲਓਗੇ, ਰਾਤ ਦਾ ਕੀ ਲਓਗੇ, ਤੇ ਮਨ ਬਹੁਤ ਦੁਖੀ ਹੁੰਦਾ ਤੇ ਇਸ ਚੀਜ਼ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੋ ਜਾਂਦਾ। ਪਰ ਉਸ ਟਾਈਮ ਦੇ ਉੱਤੇ ਅਸੀਂ ਕੁਝ ਕਰ ਨਹੀਂ ਸਕਦੇ, ਅਸੀਂ ਮਜਬੂਰ ਹੁੰਦੇ ਆ ਤਾਂ ਕਿ ਸਾਡੀ ਪੇਮੈਂਟ ਜਿਹੜੀ ਆ ਉਹ ਨਾ ਮਰ ਜਾਵੇ। ਪੇਮੈਂਟ ਰੋਕ ਲੈਂਦੇ ਜੇ ਤੁਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੰਦੇ? ਬਿਲਕੁਲ ਜੀ, ਪੇਮੈਂਟ ਫਿਰ ਰੁਕਦੀ ਆ, ਕਿਉਂਕਿ ਆਰਗੇਨਾਈਜ਼ਰ ਜਿਹੜੇ ਆ ਉਹਨਾਂ ਦੇ ਅਸੀਂ ਅੰਡਰ ਕੰਮ ਕਰਨਾ ਹੁੰਦਾ। ਜੇ ਅਸੀਂ ਉਹਨਾਂ ਦੇ ਨਾਲ ਉੱਥੇ ਹੀ ਆਰਗੂਮੈਂਟ ਕਰਾਂਗੇ, ਉਹ ਫਿਰ ਦੁਬਾਰਾ ਸਾਨੂੰ ਕੰਮ ਨਹੀਂ ਦੇਣਗੇ। ਇਸ ਕਰਕੇ ਹਰ ਦੁੱਖ ਨੂੰ ਅਸੀਂ ਅੰਦਰ ਦੱਬ ਲੈਂਦੇ ਹਾਂ। ਤੇ ਭੈਣੇ ਜਿਹੜੇ ਇਹ ਇਸ ਤਰੀਕੇ ਨਾਲ ਵਿਵਹਾਰ ਕਰਦੇ ਆ ਜਾਂ ਨੰਬਰ ਫੜਾਉਂਦੇ ਆ ਜਾਂ ਇਹ ਕਹਿੰਦੇ ਆ ਕਿ ਦਿਨ ਦਾ ਕੀ ਰਹੋਗੇ, ਰਾਤ ਦਾ ਕੀ ਲਓਗੇ, ਉਹ ਨੌਜਵਾਨ ਹੀ ਹੁੰਦੇ ਆ ਜਾਂ ਕਈ ਵਾਰ ਬਜ਼ੁਰਗ ਵੀ ਹੁੰਦੇ ਆ? ਨਹੀਂ, ਕਈ ਵਾਰੀ ਤਾਂ ਸਾਡੇ ਬਾਪ ਦਾਦਾ ਦੀ ਉਮਰ ਦੇ ਲੋਕ ਵੀ ਸਾਨੂੰ ਇਦਾਂ ਦਾ ਕਹਿ ਦਿੰਦੇ ਆ ਕੇ ਕਿ ਹਾਂ ਨੰਬਰ ਲੈ ਲਓ, ਗੱਲ ਕਰ ਲਓ। ਹੁਣ ਜਿਵੇਂ ਤੁਸੀਂ ਦੱਸਦੇ ਹੋ ਕਿ ਮੇਰੀ ਧੀ ਹੈ, ਕਦੇ ਉਹ ਧੀ ਨੇ ਨਹੀਂ ਆਖਿਆ ਹੈਗਾ ਕਿ ਮੰਮੀ ਇਹ ਕੰਮ ਛੱਡ ਦਿਓ, ਤੁਸੀਂ ਮੇਰੇ ਫਰੈਂਡਸ ਨੇ ਜਾਂ ਮੇਰੇ ਦੋਸਤ ਨੇ ਇਹ ਗੱਲਾਂ ਕਰਦੇ ਆ ਵੀ ਨਾ ਕਰਿਆ ਕਰੋ ਇਹ? ਨਹੀਂ, ਵੈਸੇ ਤਾਂ ਮੇਰੀ ਬੇਟੀ ਨੂੰ ਸਭ ਕੁਝ ਪਤਾ ਹੀ ਆ, ਪਰ ਉਹ ਹਮੇਸ਼ਾ ਹੋਸਟਲ 'ਚ ਰਹੀ ਹੈ। ਉਹਨੂੰ ਮੈਂ ਇਸ ਮਾਹੌਲ ਤੋਂ ਬਹੁਤ ਵਾਂਝਾ ਰੱਖਿਆ, ਕਿਉਂਕਿ ਜਦੋਂ ਵੀ ਆਪਾਂ ਕਈ ਵਾਰੀ ਸਕੂਲ ਦੀ ਫੀਸ ਨਹੀਂ ਸੀ ਹੁੰਦੀ ਭਰਨ ਨੂੰ, ਤੇ ਉਸ ਦਰਮਿਆਨ ਫਿਰ ਉਹਨੇ ਕਹਿਣਾ ਮੰਮਾ ਕੀ ਕਰੀਏ? ਮੈਂ ਕਿਹਾ ਪੁੱਤ ਤੇਰਾ ਬਾਪ ਨਹੀਂ ਹੈਗਾ ਸਿਰ ਤੇ, ਕੋਈ ਗੱਲ ਨਹੀਂ ਆਪਾਂ ਕਰਦੇ ਹਾਂ। ਤੇ ਇਸ ਚੀਜ਼ਾਂ ਵਿੱਚੋਂ ਬੱਚੇ ਨੇ ਬਹੁਤ ਕੁਝ ਮੇਰੇ ਨਾਲ ਹੰਡਾਇਆ, ਹੱਡ ਬੀਤੀ। ਹੋ ਸਕਦਾ ਮੇਰੇ ਨਾਲੋਂ ਬੈਟਰ ਮੇਰਾ ਬੱਚਾ ਹੀ ਜਾਣਦਾ ਹੋਵੇ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਕਦੀ ਜ਼ਿੰਦਗੀ ਦੇ ਵਿੱਚ ਕੋਈ ਮੈਨੂੰ ਚੈਲੰਜ ਨਹੀਂ ਕਰ ਸਕਦਾ ਕਿ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਜਾਂ ਮੈਂ ਕਦੀ ਕਿਸੇ ਕੋਲੋਂ ਮੰਗ ਕੇ ਰੋਟੀ ਖਾਧੀ ਹੋਵੇ। ਮੈਨੂੰ ਫਖਰ ਮਹਿਸੂਸ ਹੁੰਦਾ, ਮੈਂ ਚਾਹੇ ਆਪਣੇ ਟੈਲੈਂਟ ਦੇ ਨਾਲ ਕੀਤਾ, ਚਾਹੇ ਮੈਂ ਜਿੱਦਾਂ ਵੀ ਮਰਜ਼ੀ ਕੀਤਾ, ਲੋਕਾਂ ਨੇ ਮੈਨੂੰ ਕੀ ਕਿਹਾ, ਕਿਉਂ ਕਿਹਾ, ਕਿੰਤੂ ਪਰੰਤੂ ਜੋੜੇ, ਮੈਂ ਨਾ ਪਰਵਾਹ ਕਰਦਿਆਂ ਹੋਇਆਂ ਉਸ ਵਾਹਿਗੁਰੂ ਦਾ ਆਸਰਾ ਲੈ ਕੇ ਕੰਮ ਕੀਤਾ। ਨਹੀਂ, ਮੈਂ ਫਿਰ ਅਲੱਗ ਹੋ ਗਈ ਨਾ ਉਹਨਾਂ ਤੋਂ, ਮੈਂ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ ਕਦੀ। ਕਦੇ ਹੁਣ ਗੱਲਬਾਤ ਹੋ ਜਾਂਦੀ ਉਹਨਾਂ ਨਾਲ? ਨਹੀਂ, ਮੈਂ ਉਸ ਟਰੈਕ ਤੋਂ ਅਲੱਗ ਹੋ ਗਈ ਜੀ। ਮੈਂ ਕਦੀ ਕਿਸੇ ਨੂੰ ਪਿੱਛੇ ਮੁੜ ਕੇ ਨਹੀਂ ਦੇਖਿਆ, ਮੈਂ ਬਿਲਕੁਲ ਅੱਗੇ ਫਰੰਟ ਲਾਈਨ ਤੇ ਰਹੀ, ਮੈਂ ਕਦੀ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ। ਕਦੇ ਪੇਕੇ ਪਰਿਵਾਰ ਨਾਲ ਗੱਲ ਤੱਕ ਵੀ ਨਹੀਂ? ਨਹੀਂ, ਮੈਂ ਕਦੀ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ। ਇਹ ਚੀਜ਼ ਆਈ ਕਿਵੇਂ? ਕਾਮ ਬੰਦਾ ਹੁੰਦਾ ਉਹ ਰਿਸ਼ਤੇ ਨਾਤੇ ਦੀਆਂ ਬੌਂਡਿੰਗਾਂ ਨਹੀਂ ਤੋੜ ਸਕਦਾ, ਫਿਰ ਤੁਹਾਡੇ 'ਚ ਇਹ ਚੀਜ਼ਾਂ ਕਿਵੇਂ ਆਈਆਂ ਕਿ ਸਾਰੇ ਰਿਸ਼ਤਿਆਂ ਤੋਂ ਆਜ਼ਾਦ ਹੋ ਕੇ ਇੱਕ ਚੱਲਣਾ, ਇੱਕ ਆਪਣਾ ਆਪਦਾ ਲਾਈਨ, ਇੱਕ ਅਲੱਗ ਟਰੈਕ ਤੇ ਚੱਲਣੀ? ਮਨ ਨੂੰ ਗੱਠ ਦੇ ਦਿੱਤੀ ਕਿ ਨਹੀਂ ਹੁਣ ਬਸ ਇਸ ਟਰੈਕ ਤੇ ਤੁਰ ਪਏ ਆ, ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ। ਬਸ ਇਸ ਚੀਜ਼ ਨੇ ਮੈਨੂੰ ਇੰਨੀ ਕੁ ਜ਼ਿਆਦਾ ਪਾਵਰ ਦਿੱਤੀ, ਇਸ ਵਜ੍ਹਾ ਕਰਕੇ ਹੀ ਮੈਂ ਅੱਜ ਇੱਥੇ ਖੜੀ। ਜਿੰਨਾ ਟਾਈਮ ਤੁਸੀਂ ਚਮਕਦੇ ਹੋ, ਲਿਸ਼ਕਦੇ ਹੋ ਸਕਰੀਨਾਂ ਮੂਹਰੇ ਆ ਕੇ ਜਾਂ ਲੋਕਾਂ ਸਾਹਮਣੇ ਲਿਸ਼ਕਦੇ ਹੋ, ਮੂੰਹ ਹੱਸਦਾ ਹੈਗਾ, ਉਹਨਾਂ ਟਾਈਮ ਤਾਂ ਇਹ ਸੋਹਣੇ ਚਿਹਰੇ ਵਿਕਦੇ ਆ। ਜਦੋਂ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਲੱਗ ਗਈਆਂ, ਜਦੋਂ ਤੁਸੀਂ
ਬੁੱਢੇ ਹੋਣ ਲੱਗੇ ਤਾਂ ਉਦੋਂ ਤੁਹਾਨੂੰ ਇਹ ਲਾਈਨ ਦੇ ਵਿੱਚ ਕੋਈ ਨਹੀਂ ਪੁੱਛਦਾ। ਤੇ ਫਿਰ ਅੱਗੇ ਸੋਚਿਆਗਾ ਕਿ ਅੱਗੇ ਕਰਨਾ ਕੀ? ਮੈਂ ਜਿੰਨੀ ਵੀ ਅਰਨਿੰਗ ਹੁਣ ਤੱਕ ਕੀਤੀ ਆ, ਮੈਂ ਆਪਣਾ ਬੈਲੈਂਸ ਨੂੰ ਬਣਾ ਕੇ ਚੱਲੀ ਹੋਈ ਆ ਔਰ ਮੈਂ ਫਿਊਚਰ ਪਲਾਨ ਕੀਤੇ ਹੋਏ ਆ। ਅੱਛਾ, ਉਸ ਅਕੋਰਡਿੰਗ ਹੀ ਮੈਂ ਚੱਲੀ ਆ। ਹੁਣ ਮੈਨੂੰ ਪਤਾ ਕਿ ਮੈਂ ਜੇ ਅੱਜ 38 ਤੇ ਤੱਕ ਆ ਗਈ ਆ ਤੇ ਮੈਂ ਸਦਾ ਥੋੜੀ ਚੱਲਣਾ, ਹਰ ਇੱਕ ਦਾ ਇੱਕ ਟਾਈਮ ਆਉਂਦਾ। ਤੇ ਉਹ ਸਮੇਂ ਨੂੰ ਸਾਂਭ ਰਹੇ ਹੋ ਤੁਸੀਂ? ਹਾਂਜੀ, ਮੈਂ ਬਿਲਕੁਲ ਸਾਂਭਿਆ ਹੋਇਆ ਜੀ, ਮੈਂ ਧਾਗੇ 'ਚ ਪਰੋ ਕੇ ਰੱਖਿਆ ਉਹ ਸਮਾਂ। ਔਰ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਹਮੇਸ਼ਾ ਇਹ ਕੋਸ਼ਿਸ਼ ਕਰਦੇ ਹੁੰਦੇ ਆ ਕਿ ਕੁਝ ਵੱਖਰੀਆਂ ਸਟੋਰੀਆਂ ਤੁਹਾਡੇ ਸਾਹਮਣੇ ਲੈ ਕੇ ਆਈਏ, ਜਿਨ੍ਹਾਂ ਨੂੰ ਲੋਕ ਕੰਜਰਖਾਨਾ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਇਹ ਲੋਕ ਕਹਿੰਦੇ ਆ ਕਿ ਇਹ ਕੰਜਰ ਨੇ, ਇਹ ਆਰਕੈਸਟਰਾ ਵਾਲੇ ਨੇ, ਨੱਚਦੇ ਨੇ ਲੋਕਾਂ ਦੇ ਵਿਆਹਾਂ 'ਚ। ਸ਼ਾਇਦ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ। ਮੇਰੇ ਨਾਲ ਅੱਜ ਇੱਕ ਭੈਣ ਐਸੀ ਮੌਜੂਦ ਹੈ ਜਿਹਦਾ ਬਹੁਤ ਵਧੀਆ ਪੇਕਾ ਪਰਿਵਾਰ ਸੀ, ਵਿਆਹ ਹੁੰਦਾ ਹੈ, ਪਤੀ ਹੁੰਦਾ ਹੈ, ਇੱਕ ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ। ਪਰ ਇੱਕ ਐਸਾ ਪਹਾੜ ਦੁੱਖਾਂ ਦਾ ਟੁੱਟਦਾ ਹੈ ਕਿ ਉਹਨਾਂ ਦੇ ਪਤੀ ਨੂੰ ਇੱਕ ਐਸਾ ਰੋਗ ਲੱਗਦਾ ਹੈ ਕਿ ਉਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ। ਜਿਹੜੀ ਪੇਕੇ ਪਰਿਵਾਰ ਕੋਲੇ ਜ਼ਮੀਨ ਹੁੰਦੀ ਆ ਉਹ ਵੇਚ ਕੇ ਪਤੀ ਦੇ ਉੱਤੇ ਲਾਉਣੀ ਪੈਂਦੀ ਹੈ। ਤੇ ਫਿਰ ਸੰਘਰਸ਼ ਜ਼ਿੰਦਗੀ ਦਾ ਚੱਲਦਾ ਹੈ, ਪਰ ਅੰਤ ਇਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ। ਤੇ ਫਿਰ ਇਹ ਭੈਣ ਨੂੰ ਮਜਬੂਰੀ ਬਸ ਪੈ ਕੇ ਇਹ ਆਰਕੈਸਟਰਾ ਵਾਲਾ ਕੰਮ ਅਪਣਾਉਣਾ ਪੈਂਦਾ ਹੈ, ਕਿਉਂਕਿ ਇੱਕ ਛੋਟੀ ਉਮਰ ਦੀ ਧੀ ਵੀ ਹੁੰਦੀ ਹੈ, ਧੀ ਨੇ ਜਨਮ ਲੈ ਲਿਆ ਹੁੰਦਾ, ਉਹਦਾ ਪਾਲਣ ਪੋਸ਼ਣ ਵੀ ਕਰਨਾ ਹੁੰਦਾ। ਤਾਂ ਮਜਬੂਰੀ ਬਸ ਪੈ ਕੇ ਇਹ ਭੈਣ ਨੂੰ ਪ੍ਰੋਗਰਾਮਾਂ ਦੇ ਉੱਤੇ ਆਰਕੈਸਟਰਾ ਦੇ ਵਿੱਚ ਜਾ ਕੇ ਨੱਚਣਾ ਪੈਂਦਾ। ਕਿਵੇਂ ਦੀਆਂ ਜ਼ਿੰਦਗੀ 'ਚ ਕਠਿਨਾਈਆਂ ਆਉਂਦੀਆਂ ਨੇ, ਕਿਹੜੇ ਕਿਹੜੇ ਰਿਸ਼ਤੇ ਜਿਹੜੇ ਸਾਕ ਸੰਬੰਧੀ ਬਹੁਤ ਨੇੜੇ ਦੇ ਹੁੰਦੇ ਆ ਉਹ ਕਿਵੇਂ ਮੂੰਹ ਫੇਰਦੇ ਆ, ਸਾਰੀ ਗੱਲਬਾਤ ਕਰਾਂਗੇ। ਮੈਡਮ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਹੋ? ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ। ਪਹਿਲਾਂ ਤਾਂ ਆਪਣਾ ਨਾਮ ਜ਼ਰੂਰ ਦੱਸ ਦਿਓ। ਹਾਂਜੀ, ਮੇਰਾ ਨਾਮ ਵਰਿੰਦਰ ਕੋਮਲ ਹੈ ਜੀ। ਅੱਛਾ, ਤੇ ਜ਼ਿੰਦਗੀ ਦੇ ਵਿੱਚ ਜਦੋਂ ਪੇਕਾ ਪਰਿਵਾਰ ਹੁੰਦਾ ਕਿਵੇਂ ਦਾ ਹੁੰਦਾ? ਵਧੀਆ ਹੁੰਦਾ? ਹਾਂਜੀ, ਬਹੁਤ ਵਧੀਆ ਜੀ, ਬਹੁਤ। ਮੈਂ ਜੱਟ ਘਰਾਣੇ ਨੂੰ ਬਿਲੋਂਗ ਕਰਦੀ ਹਾਂ, ਬਹੁਤ ਸਪੋਰਟ ਕੀਤੀ ਉਹਨਾਂ ਨੇ ਮੇਰੀ। ਫਿਰ ਜਿਸ ਤਰ੍ਹਾਂ ਹੀ ਮੈਰਿਜ ਹੁੰਦੀ ਆ, ਮੇਰੇ ਹਸਬੈਂਡ ਕਾਫੀ ਬਿਮਾਰ ਹੋ ਜਾਂਦੇ ਆ। ਅੱਛਾ। ਬਿਮਾਰ ਹੋਣ ਤੋਂ ਬਾਅਦ ਡਾਕਟਰ ਉਹਨਾਂ ਨੂੰ ਜਵਾਬ ਦੇ ਦਿੰਦੇ ਆ ਕਿ ਨਹੀਂ, ਹੁਣ ਸੁਧਾਰ ਨਹੀਂ ਹੋ ਸਕਦਾ। ਪ੍ਰੋਬਲਮ ਕੀ ਹੁੰਦੀ ਹੈ? ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਉਹ ਡੈਮੇਜ ਹੋ ਗਈਆਂ ਸੀਗੀਆਂ, ਅੱਛਾ, ਜਿਹਦੀ ਵਜ੍ਹਾ ਕਰਕੇ ਸਾਨੂੰ ਬਹੁਤ ਸਾਰਾ ਸਟਰਗਲ ਦੇਖਣਾ ਪਿਆ। ਅੱਛਾ। ਉਸ ਤੋਂ ਬਾਅਦ ਫਿਰ ਜਦੋਂ ਹੱਥ ਪੱਲੇ ਕੁਛ ਨਹੀਂ ਆਇਆ ਤੇ ਪੇਕੇ ਪਰਿਵਾਰ ਦੀ ਵੀ ਜ਼ਮੀਨ ਵੇਚਣੀ ਪਈ? ਹਾਂਜੀ, ਪੇਕੇ ਪਰਿਵਾਰ ਦੀ ਜ਼ਮੀਨ ਵੇਚਣੀ ਪਈ। ਤੇ ਉਹਨਾਂ ਆਪਣੀ ਜ਼ਮੀਨ, ਕਿਉਂਕਿ ਮੇਰਾ ਬ੍ਰਦਰ ਵੀ ਕੋਈ ਨਹੀਂ ਹੈਗਾ। ਅੱਛਾ। ਹਾਂਜੀ, ਤੇ ਮੈਂ ਜ਼ਮੀਨ ਜਿਹੜੀ ਆ ਉਹ ਫਿਰ ਮੇਰੇ ਫਾਦਰ ਸਾਹਿਬ ਨੇ ਵੇਚ ਕੇ ਉਹਨਾਂ ਦੇ ਉੱਤੇ ਇਲਾਜ ਕਰਵਾਇਆ। ਪਰ ਫਿਰ ਵੀ ਅਖੀਰ ਮੌਕਾ ਖੁੰਝ ਕੇ ਸਾਡੇ ਹੱਥ ਪੱਲੇ ਕੁਛ ਨਹੀਂ ਆਇਆ। ਤੇ ਭੈਣੇ, ਜਦੋਂ ਪਤੀ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ? ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਸੀ ਜੀ, ਕਿਉਂਕਿ ਹਰ ਪਾਸੇ ਹਨੇਰਾ ਛਾ ਗਿਆ ਸੀ, ਕੋਈ ਹੱਥ ਪੱਲਾ ਨਹੀਂ ਸੀ ਫੜ ਰਿਹਾ, ਨਾ ਤਾਂ ਸਹੁਰਾ ਪਰਿਵਾਰ ਨਾ ਪੇਕਾ ਪਰਿਵਾਰ। ਫਿਰ ਮੇਰੀ ਇੱਕ ਦੋਸਤ ਆ ਕੁੜੀ, ਉਹਨੇ ਮੈਨੂੰ ਰਾਹ ਦੱਸਿਆ ਕਿ ਤੂੰ ਇਸ ਲਾਈਨ ਨੂੰ ਚੂਜ਼ ਕਰ। ਫਿਰ ਮੈਂ ਇਸ ਫੀਲਡ ਵਿੱਚ ਆਈ, ਥੋੜਾ ਕੰਮ ਸਿੱਖਿਆ, ਕਿਉਂਕਿ ਮੈਨੂੰ ਇਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅੱਛਾ। ਫਿਰ ਕੰਮ ਸਿੱਖਣ ਦੇ ਦਰਮਿਆਨ ਫਿਰ ਪਹਿਲਾ ਸਟੇਜ ਸ਼ੋਅ ਮੈਂ ਰਾਏਕੋਟ ਸ਼ਹਿਰ ਦੇ ਵਿੱਚ ਲਾਇਆ। ਅੱਛਾ। ਉੱਥੇ ਪਹਿਲੀ ਵਾਰੀ ਜਦੋਂ ਮੈਂ ਕੰਮ ਲਗਾਇਆ ਤੇ ਮਨ ਵਿੱਚ ਬਹੁਤ ਘਬਰਾਹਟ ਸੀ ਔਰ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋ ਜਾਣਾ। ਪਰ ਫਿਰ ਜਿਹੜੀ ਸਾਡੇ ਨਾਲ ਟੀਮ ਵਰਕ ਕਰ ਰਹੀ ਸੀ, ਉਹ ਉਹਨਾਂ ਨੇ ਮੈਨੂੰ ਬਹੁਤ ਐਨਕਰੇਜ ਕੀਤਾ, ਬਹੁਤ ਸਪੋਰਟ ਕੀਤਾ, ਜਿਹਦੀ ਵਜ੍ਹਾ ਕਰਕੇ ਮੈਂ ਅੱਜ ਕਲਾਕਾਰ ਹਾਂ। ਅੱਛਾ। ਤੇ ਭੈਣੇ, ਖਾਸ ਕਰਕੇ ਇਹ ਹੁੰਦਾ ਕਿ ਇਹ ਕੰਮ ਨੂੰ ਇੱਜ਼ਤ ਵਾਲਾ ਨਹੀਂ ਆਖਿਆ ਜਾਂਦਾ ਹੁੰਦਾ, ਹਨਾ। ਬਹੁਤ ਸਾਰੇ ਲੋਕ ਸਾਡੇ ਸਾਕ ਸੰਬੰਧੀ ਵੀ ਇਹ ਗੱਲ ਕਰਦੇ ਆ ਕਿ ਕੰਮ ਇੱਜ਼ਤ ਵਾਲਾ ਨਹੀਂ। ਤੁਹਾਡੇ ਸਾਕ ਸੰਬੰਧੀ ਹੋਣਗੇ, ਜਿਵੇਂ ਤੁਸੀਂ ਦੱਸਦੇ ਹੋ ਤੁਹਾਡੇ ਭੈਣ, ਕਦੇ ਉਹਨਾਂ ਨੇ ਰੋਕਿਆ ਹੋਵੇ ਕਿ ਇਹ ਕੰਮ ਨਾ ਕਰ ਤੂੰ, ਸਾਡੀ ਬੇਇੱਜ਼ਤੀ ਹੁੰਦੀ ਆ, ਜਾਂ ਪੇਕੇ ਪਰਿਵਾਰ ਨੇ, ਸਹੁਰੇ ਵਾਲੇ ਨੇ ਇਹ ਗੱਲਾਂ ਆਖੀਆਂ ਹੋਣ ਭੈਣੇ? ਨਹੀਂ, ਦੇਖੋ, ਜਦੋਂ ਕਿਸੇ ਨੇ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ। ਮੇਰੇ ਘਰੇ ਕਿਸੇ ਨੇ ਆਟਾ ਤੇ ਪਾਉਣਾ ਨਹੀਂ ਸੀ, ਮੈਂ ਆਪਣੇ ਫੈਮਿਲੀ ਲਈ ਕਰਨਾ ਸੀ, ਆਪਣੇ ਬੱਚੇ ਲਈ ਕਰਨਾ ਸੀ, ਕਿਉਂਕਿ ਜ਼ਿੰਮੇਵਾਰੀ ਮੋਢਿਆਂ ਦੇ ਉੱਤੇ ਇੰਨੀ ਜ਼ਿਆਦਾ ਪੈ ਗਈ ਸੀ ਕਿ ਕੋਈ ਹੀਲਾ ਨਹੀਂ ਸੀ ਹੋ ਰਿਹਾ ਪਰਿਵਾਰ ਨੂੰ ਚਲਾਉਣ ਦੇ ਲਈ। ਇਸ ਕਰਕੇ ਫਿਰ ਜਿੱਦਾਂ ਕਹਿੰਦੇ ਹੁੰਦੇ ਆ, ਕੁੱਤੇ ਭੌਂਕੀ ਜਾਣ ਤੇ ਹਾਥੀ ਲੰਘ ਜਾਂਦੇ ਹੁੰਦੇ ਆ, ਮੈਂ ਉਹ ਰਸਤਾ ਅਖਤਿਆਰ ਕੀਤਾ। ਅੱਛਾ, ਵੀ ਕਿਸੇ ਦੀ ਸੁਣਨੀ ਨਹੀਂ ਹੈ? ਨਹੀਂ, ਮੈਂ ਕਿਸੇ ਦੀ ਨਹੀਂ ਆਖਿਆ ਸੁਣੀ ਸੀ ਹੈਗੀ। ਲੋਕਾਂ ਨੇ ਕੁਝ? ਲੋਕ ਤਾਂ ਹੁਣ ਤੱਕ ਨਹੀਂ ਹਟਦੇ। ਕੀ ਕਹਿੰਦੇ ਲੋਕ ਹੁਣ? ਲੋਕ ਹੁਣ ਵੀ ਕਹਿੰਦੇ ਆ, ਲੈ ਇਹ ਸਟੇਜਾਂ ਤੇ ਜਾਂਦੀ ਆ, ਇਹ ਗਲਤ ਕੰਮ ਆ, ਇਹਨੂੰ ਕਰਨਾ ਨਹੀਂ ਚਾਹੀਦਾ। ਪਰ ਫਿਰ ਜੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਕੰਮ ਗਲਤ ਆ ਤੇ ਫਿਰ ਇਹ ਬੰਦ ਹੋ ਜਾਣਾ ਚਾਹੀਦਾ ਨਾ, ਫਿਰ ਇਹ ਕੰਮ ਕਰਾਉਣਾ ਨਹੀਂ ਚਾਹੀਦਾ। ਫਿਰ ਪਰਿਵਾਰਾਂ ਦੇ ਵਿੱਚ ਬੈਠ ਕੇ ਦੇਖਣਾ ਵੀ ਨਹੀਂ ਚਾਹੀਦਾ? ਨਹੀਂ, ਬਿਲਕੁਲ ਨਹੀਂ ਦੇਖਣਾ ਚਾਹੀਦਾ। ਮੈਂ ਪਰਸਨਲੀ ਇਹ ਹੰਬਲ ਰਿਕੁਐਸਟ ਕਰਦੀ ਹਾਂ ਕਿ ਜੇ ਆਰਕੈਸਟਰਾ ਲਾਈਨ ਨੂੰ ਤੁਸੀਂ ਇੰਨਾ ਹੀ ਜ਼ਿਆਦਾ ਰੋਂਗ ਸਮਝਦੇ ਹੋ ਤੇ ਇਹ ਚੀਜ਼ਾਂ ਬੰਦ ਕਰ ਦਿਓ। ਤੇ ਫਿਰ ਤੁਹਾਡੀ ਭੈਣ ਨੇ ਨਹੀਂ ਕਦੇ ਸਮਝਾਇਆ ਹੈਗਾ ਕਿ ਕੋਮਲ ਇਹ ਕੰਮ ਛੱਡ ਦੇ ਸਾਰਾ? ਨਹੀਂ, ਮੈਂ ਉਹਨਾਂ ਤੋਂ ਅਲੱਗ ਹੋ ਗਈ ਸੀਗੀ।
ਅੱਛਾ ਹਾਂਜੀ। ਸਾਰੇ ਰਿਸ਼ਤੇ ਨਾਤੇ ਟੁੱਟ ਗਏ? ਹਾਂਜੀ, ਮੈਂ ਸਾਰਿਆਂ ਤੋਂ ਸਾਈਡ ਤੇ ਹੋ ਗਈ ਸੀ। ਮੈਂ ਕਿਸੇ ਫੈਮਿਲੀ ਦੇ ਮੈਂਬਰ ਦੇ ਨਾਲ, ਕਿਸੇ ਦੇ ਨਾਲ ਫਿਰ ਬੌਂਡਿੰਗ ਮੈਂ ਬਣਾਈ ਨਹੀਂ, ਸਭ ਤੋਂ ਅਲੱਗ ਰਹੀ। ਭੈਣੇ ਤੁਹਾਨੂੰ ਬਹੁਤ ਸਾਰਾ ਲੰਮਾ ਸਮਾਂ ਹੋ ਗਿਆ ਹਨਾ ਇਹ ਕੰਮ ਕਰਦੇ ਨੂੰ, ਲਾਈਨ ਦੇ ਵਿੱਚ ਵੀ ਕਦੇ ਐਸੀਆਂ ਗੱਲਾਂ ਹੋਈਆਂ ਹੋਣ ਜਿਹੜੀਆਂ ਮਨ ਨੂੰ ਬਹੁਤ ਟੁੰਬ ਕੇ ਰੱਖ ਗਈਆਂ ਹੋਣਗੇ, ਦਿਲ ਤੇ ਬਹੁਤ ਵੱਡੀ ਸੱਟ ਮਾਰ ਗਈਆਂ ਹੋਣ? ਹਾਂਜੀ ਬਿਲਕੁਲ ਜੀ, ਜਦੋਂ ਅਸੀਂ ਸਟੇਜ ਤੇ ਕੰਮ ਕਰਦੇ ਹਾਂ ਕਈ ਵਾਰੀ ਇਸ ਤਰ੍ਹਾਂ ਦੇ ਹਾਸਿਆਂ ਵਿੱਚੋਂ ਵੀ ਲੰਘਣਾ ਪੈ ਜਾਂਦਾ ਹੈ ਕਿ ਲੋਕ ਸਟੇਜ ਤੇ ਆ ਕੇ ਕਹਿ ਦਿੰਦੇ ਆ ਨੰਬਰ ਫੜ ਲਓ, ਸਾਡੇ ਨਾਲ ਗੱਲ ਕਰ ਲਓ, ਜਾਂ ਫਿਰ ਕਹਿ ਦਿੰਦੇ ਆ ਦਿਨ ਦਾ ਕੀ ਲਓਗੇ, ਰਾਤ ਦਾ ਕੀ ਲਓਗੇ, ਤੇ ਮਨ ਬਹੁਤ ਦੁਖੀ ਹੁੰਦਾ। ਤੇ ਇਸ ਚੀਜ਼ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੋ ਜਾਂਦਾ, ਪਰ ਉਸ ਟਾਈਮ ਦੇ ਉੱਤੇ ਅਸੀਂ ਕੁਝ ਕਰ ਨਹੀਂ ਸਕਦੇ, ਅਸੀਂ ਮਜਬੂਰ ਹੁੰਨੇ ਆ ਤਾਂ ਕਿ ਸਾਡੀ ਪੇਮੈਂਟ ਜਿਹੜੀ ਆ ਉਹ ਨਾ ਮਰ ਜਾਏ। ਪੇਮੈਂਟ ਰੋਕ ਲੈਂਦੇ ਜੇ ਤੁਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੰਦੇ? ਬਿਲਕੁਲ ਜੀ, ਪੇਮੈਂਟ ਫਿਰ ਰੁਕਦੀ ਆ ਕਿਉਂਕਿ ਆਰਗੇਨਾਈਜ਼ਰ ਜਿਹੜੇ ਆ ਉਹਨਾਂ ਦੇ ਅਸੀਂ ਅੰਡਰ ਕੰਮ ਕਰਨਾ ਹੁੰਦਾ। ਜੇ ਅਸੀਂ ਉਹਨਾਂ ਦੇ ਨਾਲ ਉੱਥੇ ਹੀ ਆਰਗੂਮੈਂਟ ਕਰਾਂਗੇ ਉਹ ਫਿਰ ਦੁਬਾਰਾ ਸਾਨੂੰ ਕੰਮ ਨਹੀਂ ਦੇਣਗੇ, ਇਸ ਕਰਕੇ ਹਰ ਦੁੱਖ ਨੂੰ ਅਸੀਂ ਅੰਦਰ ਦੱਬ ਲੈਂਦੇ ਹਾਂ। ਅੱਛਾ, ਤੇ ਭੈਣੇ ਜਿਹੜੇ ਇਹ ਇਸ ਤਰੀਕੇ ਨਾਲ ਵਿਵਹਾਰ ਕਰਦੇ ਆ ਜਾਂ ਨੰਬਰ ਫੜਾਉਂਦੇ ਆ ਜਾਂ ਇਹ ਕਹਿੰਦੇ ਆ ਕਿ ਦਿਨ ਦਾ ਕੀ ਲਓਗੇ, ਰਾਤ ਦਾ ਕੀ ਲਓਗੇ, ਉਹ ਨੌਜਵਾਨ ਹੀ ਹੁੰਦੇ ਆ ਜਾਂ ਕਈ ਵਾਰ ਬਜ਼ੁਰਗ ਵੀ ਹੁੰਦੇ ਆ? ਨਹੀਂ, ਕਈ ਵਾਰੀ ਤਾਂ ਸਾਡੇ ਬਾਪ ਦਾਦਾ ਦੀ ਉਮਰ ਦੇ ਲੋਕ ਵੀ ਸਾਨੂੰ ਇਦਾਂ ਦਾ ਕਹਿ ਦਿੰਦੇ ਆ ਕਿ ਹਾਂ ਨੰਬਰ ਲੈ ਲਓ, ਗੱਲ ਕਰ ਲਓ, ਤਾਂ ਸੱਚੀ ਮਨ ਪਸੀਜਿਆ ਜਾਂਦਾ। ਅੱਛਾ, ਵੀ ਮਤਲਬ ਉਹ ਉਮਰ ਦੇ ਲੋਕ ਵੀ ਜਿਨ੍ਹਾਂ ਨੂੰ ਤੁਸੀਂ ਪਿਓ ਦੇ ਸਮਾਨ ਸਮਝਦੇ ਹੋ ਉਹ ਵੀ ਕਈ ਵਾਰ ਇਹ ਹਰਕਤਾਂ ਨੀਚ ਹਰਕਤਾਂ ਕਰ ਦਿੰਦੇ? ਬਿਲਕੁਲ ਜੀ, ਬਿਲਕੁਲ ਕਰਦੇ ਆ, ਔਰ ਮੈਂ ਸਮਝਦੀ ਆ ਇਹ ਸਮਾਜ ਵਿੱਚ ਬੜੀ ਤਰਾਸਦੀ ਆ ਕਿ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਸੋਚਣਾ ਚਾਹੀਦਾ ਕਿ ਇਹ ਵੀ ਕਿਸੇ ਦੀਆਂ ਧੀਆਂ ਨੇ, ਕਿਸੇ ਦੀਆਂ ਭੈਣਾਂ, ਤੇ ਅਸੀਂ ਕਿਉਂ ਇਹਦਾ ਦੇ ਬਦਸਲੂਕੀ ਕਰ ਰਹੇ ਹਾਂ। ਤੇ ਹੁਣ ਜਿਵੇਂ ਤੁਸੀਂ ਦੱਸਦੇ ਹੋ ਕਿ ਮੇਰੀ ਧੀ ਹੈ, ਕਦੇ ਉਹ ਧੀ ਨੇ ਨਹੀਂ ਆਖਿਆ ਹੈਗਾ ਕਿ ਮੰਮੀ ਇਹ ਕੰਮ ਛੱਡ ਦਿਓ, ਤੁਸੀਂ ਮੇਰੇ ਫਰੈਂਡਸ ਨੇ ਜਾਂ ਮੇਰੇ ਦੋਸਤ ਨੇ ਇਹ ਗੱਲਾਂ ਕਰਦੇ ਆ ਵੀ ਨਾ ਕਰਿਆ ਕਰੋ ਇਹ? ਨਹੀਂ, ਵੈਸੇ ਤਾਂ ਮੇਰੀ ਬੇਟੀ ਨੂੰ ਸਭ ਕੁਝ ਪਤਾ ਹੀ ਆ, ਪਰ ਉਹ ਹਮੇਸ਼ਾ ਹੋਸਟਲ 'ਚ ਰਹੀ ਹੈ। ਉਹਨੂੰ ਮੈਂ ਇਸ ਮਾਹੌਲ ਤੋਂ ਬਹੁਤ ਵਾਂਝਾ ਰੱਖਿਆ। ਅੱਛਾ। ਹਾਂਜੀ, ਤੇ ਬਾਕੀ ਬਹੁਤ ਪਿਆਰ ਕਰਦੀ ਹੈ ਮੇਰੀ ਬੱਚੀ, ਮੈਨੂੰ ਬਹੁਤ ਸਪੋਰਟ ਕਰਦੀ ਹੈ, ਤੇ ਉਹਦੇ ਕਰਕੇ ਹੁਣ ਤੱਕ ਮੈਂ ਤੁਰੀ ਫਿਰਦੀ ਹਾਂ ਕਿਉਂਕਿ ਬੱਚਾ ਮੈਨੂੰ ਬਹੁਤ ਸਪੋਰਟ ਕਰਦਾ। ਅੱਛਾ, ਉਹ ਵੀ ਸਪੋਰਟ ਕਰਦੇ? ਹਾਂਜੀ ਬਿਲਕੁਲ। ਤੁਸੀਂ ਦੱਸ ਰਹੇ ਸੀ ਕਹਿੰਦੇ ਉਹਨਾਂ ਨੇ ਮੇਰੀ ਜ਼ਿੰਦਗੀ ਦਾ ਸਾਰਾ ਸਫ਼ਰ ਦੇਖਿਆ ਵੀ, ਮੈਂ ਦੱਸਿਆ ਵੀ ਖੁਦ? ਬਿਲਕੁਲ, ਉਹਨਾਂ ਨੇ ਮੇਰਾ ਸਫ਼ਰ ਬਹੁਤ ਦੇਖਿਆ, ਕਿਉਂਕਿ ਜਦੋਂ ਵੀ ਆਪਾਂ ਕਈ ਵਾਰੀ ਸਕੂਲ ਦੀ ਫੀਸ ਨਹੀਂ ਸੀ ਹੁੰਦੀ ਭਰਨ ਨੂੰ, ਤੇ ਉਸ ਦਰਮਿਆਨ ਫਿਰ ਉਹਨੇ ਕਹਿਣਾ ਮੰਮਾ ਕੀ ਕਰੀਏ? ਮੈਂ ਕਿਹਾ ਪੁੱਤ ਤੇਰਾ ਬਾਪ ਨਹੀਂ ਹੈਗਾ ਸਿਰ ਤੇ, ਕੋਈ ਗੱਲ ਨਹੀਂ ਆਪਾਂ ਕਰਦੇ ਹਾਂ। ਤੇ ਇਸ ਚੀਜ਼ਾਂ ਵਿੱਚੋਂ ਬੱਚੇ ਨੇ ਬਹੁਤ ਕੁਝ ਮੇਰੇ ਨਾਲ ਹੰਡਾਇਆ, ਹੱਡ ਬੀਤੀ ਹੋ ਸਕਦਾ ਮੇਰੇ ਨਾਲੋਂ ਬੈਟਰ ਮੇਰਾ ਬੱਚਾ ਹੀ ਜਾਣਦਾ ਹੋਵੇ। ਅੱਛਾ, ਤੇ ਭੈਣੇ ਫਿਰ ਹੁਣ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਕਿ ਸਾਰਾ ਕੁਝ ਵਾਪਸ ਆ ਗਿਆ, ਰਿਸ਼ਤੇ ਨਾਤੇ ਵਾਪਸ ਆ ਗਏ? ਕਿਉਂਕਿ ਅੱਜ ਤੱਕ ਤਾਂ ਹੁਣ ਤੱਕ ਤਾਂ ਬਹੁਤ ਵਧੀਆ ਪੈਸੇ ਕਮਾ ਲਏ ਹੋਣੇ। ਨਹੀਂ, ਪੈਸੇ ਤਾਂ ਦੇਖੋ, ਪੈਸੇ ਜਿਹੜੇ ਆ ਉਹ ਕਿਤੇ ਟਿਕੇ ਤਾਂ ਰਹਿੰਦੇ ਨਹੀਂ ਹੈਗੇ, ਪੈਸੇ ਤਾਂ ਕੰਟੀਨਿਊ ਕਿਤੇ ਨਾ ਕਿਤੇ ਲੱਗਦੇ ਹੀ ਆ। ਪਰ ਹਾਂ, ਪਰਮਾਤਮਾ ਉਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਦੀ ਆ ਕਿ ਆਪਣਾ ਘਰ ਬਣਾ ਕੇ ਬੈਠੇ ਹੋਏ ਆ, ਤੇ ਵਾਹਿਗੁਰੂ ਦੀ ਔਟ ਦੇ ਨਾਲ ਰੋਟੀ ਚੱਲੀ ਜਾਂਦੀ ਆ ਹੁਣ ਤੱਕ। ਅੱਛਾ, ਤੇ ਬਹੁਤ ਸੋਹਣਾ ਸਫ਼ਰ ਜ਼ਿੰਦਗੀ ਦਾ, ਪੈਸੇ ਚਾਰ ਜੋੜ ਕੇ। ਰਿਸ਼ਤੇ ਨਾਤੇ ਵਾਪਸ ਆ ਗਈ ਜਾਂ ਨਹੀਂ ਆਏ? ਹਾਂਜੀ, ਸਭ ਬੁਲਾਉਂਦੇ ਆ ਮੈਨੂੰ, ਬਹੁਤ ਅੱਛਾ ਰਿਸਪੌਂਸ ਆ, ਸਾਰੀ ਫੈਮਿਲੀ ਮੈਨੂੰ ਬੁਲਾਉਂਦੀ ਆ। ਅੱਛਾ, ਉਹ ਸਾਰੇ ਬੁਲਾਉਂਦੇ ਆ? ਹਾਂਜੀ। ਜਦੋਂ ਪੈਸਾ ਨਹੀਂ ਸੀ ਉਦੋਂ ਕੋਈ ਨਹੀਂ ਬੁਲਾਉਂਦਾ ਸੀ? ਹਾਂਜੀ ਹਾਂਜੀ, ਜਦੋਂ ਪੈਸਾ ਨਹੀਂ ਸੀ ਉਦੋਂ ਕੋਈ ਨਹੀਂ ਸੀ ਬੁਲਾਉਂਦਾ। ਅੱਛਾ, ਤੇ ਜ਼ਿੰਦਗੀ ਦੀ ਕੋਈ ਐਸੀ ਘਟਨਾ ਹੋਵੇ ਜਿਹੜੀ ਅੱਜ ਵੀ ਚੇਤੇ ਹੋਵੇ, ਕੋਈ ਮਾੜਾ ਹਾਦਸਾ ਜ਼ਿੰਦਗੀ ਦੇ ਵਿੱਚ ਪਤੀ ਦੀ ਮੌਤ ਤੋਂ ਬਾਅਦ ਵੀ ਵਾਪਰਿਆ ਹੋਵੇ? ਹਾਂਜੀ, ਪਤੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਆਈ ਸੀ, ਤੇ ਸਭ ਤੋਂ ਵੱਡੀ ਤੰਗੀ ਮੈਨੂੰ ਕੀ ਆਈ ਸੀ ਕਿ ਮੈਨੂੰ ਕਮਰਾ ਨਹੀਂ ਸੀ ਕੋਈ ਦਿੰਦਾ ਕਿਰਾਏ ਤੇ। ਕੀ ਕਾਰਨ ਸੀ? ਅਗਲੇ ਕਹਿੰਦੇ ਸੀ ਹਾਂ ਤੁਹਾਡੀ ਫੈਮਿਲੀ ਕਿੱਥੇ ਆ, ਤੁਸੀਂ ਕਿੱਥੋਂ ਆਏ ਹੋ, ਤੇ ਉਹ ਚੀਜ਼ ਨੇ ਮੈਨੂੰ ਬੜਾ ਝੰਜੋੜਿਆ ਸੀਗਾ। ਬੱਚਾ ਨਾਲ ਸੀ ਉਦੋਂ? ਹਾਂਜੀ, ਬੱਚਾ ਨਾਲ ਸੀਗਾ, ਤੇ ਫੈਮਿਲੀ ਦੇ ਵਿੱਚ ਸਿਰਫ ਬੇਟੀ ਹੋਣ ਕਰਕੇ ਲੋਕ ਕਮਰਾ ਨਹੀਂ ਸੀ ਦਿੰਦੇ ਹੈਗੇ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਉਹੀ ਮੇਰੀ ਜਿਹੜੀ ਫਰੈਂਡ ਜਿਹਦਾ ਮੈਂ ਜ਼ਿਕਰ ਕੀਤਾ, ਉਹਨੇ ਮੈਨੂੰ ਆਪਣੇ ਘਰ ਪਨਾਹ ਦਿੱਤੀ, ਉਹਦੇ ਨਾਲ ਹੀ ਮੈਂ ਫਿਰ ਕਾਫੀ ਮੈਨੂੰ ਜੀਣਾ ਸੌਖਾ ਹੋ ਗਿਆ। ਅੱਛਾ, ਤੇ ਅੱਜ ਵੀ ਤਾਨੇ ਮਿਲਦੇ ਆ, ਮਿਹਣੇ ਮਿਲਦੇ ਆ ਜਾਂ ਨਹੀਂ, ਹਟ ਗਿਆ ਅੱਜ ਸਭ ਕੁਝ? ਨਹੀਂ, ਦੇਖੋ ਅੱਜ ਵੀ ਉੱਥੇ ਹੀ ਸਥਿਤੀ ਖੜੀ ਆ, ਲੋਕਾਂ ਦੀ ਸੋਚ ਨੂੰ ਅਸੀਂ ਬਦਲ ਨਹੀਂ ਸਕਦੇ, ਲੋਕ ਨਹੀਂ ਹਟਦੇ ਹੈਗੇ, ਲੋਕ ਫਿਰ ਵੀ ਤਾਨੇ ਮਿਹਣੇ ਮਾਰਦੇ। ਬਿਲਕੁਲ ਜੀ, ਲੋਕਾਂ ਦੀ ਸੋਚ ਅੱਜ ਵੀ ਉੱਥੇ ਹੀ ਖੜੀ ਆ, ਜੋ ਮੈਂ ਜੱਜ ਕੀਤਾ, ਜੋ ਅੱਜ ਤੋਂ 14 ਸਾਲ ਪਹਿਲਾਂ ਸੀਗਾ, ਅੱਜ ਵੀ ਉੱਥੇ ਹੀ ਆ। ਬੇਸ਼ੱਕ ਥੋੜਾ ਜ਼ਮਾਨਾ ਮਾਡਰਨ ਹੋ ਗਿਆ, ਪਰ ਸੋਚ ਲੋਕਾਂ ਦੀ ਉੱਥੇ ਹੀ ਟਿਕੀ ਹੋਈ। ਅਗਲਾ ਸਵਾਲ ਮੈਂ ਕਰਾਂ ਕਿ ਜਿਵੇਂ ਤੁਸੀਂ ਦੱਸਦੇ ਹੋ, ਤੇ ਬਾਈ ਨਾਲ ਵੀ ਪਿੱਛੇ ਮੈਂ ਗੱਲ ਕੀਤੀ, ਉਹ ਦੱਸਦੇ ਆ ਕਿ ਬਹੁਤ ਚਮਕ ਦਮਕ ਦੀ ਦੁਨੀਆ, ਜਿੰਨਾ ਟਾਈਮ ਤੁਸੀਂ ਚਮਕਦੇ ਹੋ, ਲਿਸ਼ਕਦੇ ਹੋ ਸਕਰੀਨਾਂ ਮੂਹਰੇ ਆ ਕੇ ਜਾਂ ਲੋਕਾਂ ਸਾਹਮਣੇ ਲਿਸ਼ਕਦੇ ਹੋ, ਮੂੰਹ ਹੱਸਦਾ ਹੈਗਾ, ਉਹਨਾਂ ਟਾਈਮ ਤਾਂ ਇਹ ਸੋਹਣੇ ਚਿਹਰੇ ਵਿਕਦੇ ਆ। ਜਦੋਂ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਲੱਗ ਗਈਆਂ, ਜਦੋਂ ਤੁਸੀਂ ਬੁੱਢੇ ਹੋਣ ਲੱਗੇ, ਤਾਂ ਉਦੋਂ ਤੁਹਾਨੂੰ ਇਹ ਲਾਈਨ ਦੇ ਵਿੱਚ ਕੋਈ ਨਹੀਂ ਪੁੱਛਦਾ, ਤੇ ਫਿਰ ਅੱਗੇ ਸੋਚਿਆਗਾ ਕਿ ਅੱਗੇ ਕਰਨਾ ਕੀ ਆ? ਬਿਲਕੁਲ, ਮੈਂ ਤੁਹਾਡੇ ਇਸ ਗੱਲ ਦੇ ਨਾਲ ਸਹਿਮਤ ਹਾਂ, ਪਰ ਫਿਰ ਜਦੋਂ ਇੱਕ ਪੀਰੀਅਡ ਹੁੰਦਾ ਹਰ ਚੀਜ਼ ਦਾ, ਤੇ ਸਦਾ ਹੀ ਮੈਂ ਕਹਾਂ ਕਿ ਮੈਂ ਹੀ ਚੱਲਣਾ, ਇਦਾਂ ਨਹੀਂ ਹੁੰਦਾ ਹੈਗਾ। ਸਟੇਜ ਕਦੀ ਵੀ ਕਿਸੇ ਦੀ ਨਿੱਤ ਨਹੀਂ ਹੁੰਦੀ,
ਤੁਸੀਂ ਵੱਡੇ ਤੋਂ ਵੱਡੇ ਕਲਾਕਾਰ ਨੂੰ ਵੀ ਦੇਖ ਲਓ, ਹਰ ਚੀਜ਼ ਦਾ ਇੱਕ ਟਾਈਮ ਹੁੰਦਾ। ਇਸੇ ਤਰ੍ਹਾਂ ਅਸੀਂ ਜੇ ਕਲਾਕਾਰ ਹਾਂ, ਸਾਡਾ ਵੀ ਇੱਕ ਟਾਈਮ ਆ, ਪਰ ਉਸ ਟਾਈਮ ਨੂੰ ਸਾਂਭਣਾ ਕਿਵੇਂ ਆ ਉਹ ਸਾਡੇ ਹੱਥ 'ਚ ਆ। ਕਿਵੇਂ ਸਾਂਭ ਰਹੇ ਹੋ ਇਹ ਸਮਾਂ ਜਿਹੜਾ ਮੈਂ ਜਿੰਨੀ ਵੀ ਅਰਨਿੰਗ ਹੁਣ ਤੱਕ ਕੀਤੀ ਆ, ਮੈਂ ਆਪਣਾ ਬੈਲੈਂਸ ਨੂੰ ਬਣਾ ਕੇ ਚੱਲੀ ਹੋਈ ਆ ਔਰ ਮੈਂ ਫਿਊਚਰ ਪਲਾਨ ਕੀਤੇ ਹੋਏ ਆ। ਅੱਛਾ, ਉਸ ਅਕੋਰਡਿੰਗ ਹੀ ਮੈਂ ਚੱਲੀ ਆ। ਹੁਣ ਮੈਨੂੰ ਪਤਾ ਕਿ ਮੈਂ ਜੇ ਅੱਜ 38 ਤੇ ਤੱਕ ਆ ਗਈ ਆ ਤੇ ਮੈਂ ਸਦਾ ਥੋੜੀ ਚੱਲਣਾ, ਹਰ ਇੱਕ ਦਾ ਇੱਕ ਟਾਈਮ ਆਉਂਦਾ। ਤੇ ਉਹ ਸਮੇਂ ਨੂੰ ਸਾਂਭ ਰਹੇ ਹੋ ਤੁਸੀਂ? ਹਾਂਜੀ, ਮੈਂ ਬਿਲਕੁਲ ਸਾਂਭਿਆ ਹੋਇਆ ਜੀ। ਮੈਂ ਧਾਗੇ 'ਚ ਪਰੋ ਕੇ ਰੱਖਿਆ ਉਹ ਸਮਾਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਕਦੀ ਜ਼ਿੰਦਗੀ ਦੇ ਵਿੱਚ ਕੋਈ ਮੈਨੂੰ ਚੈਲੰਜ ਨਹੀਂ ਕਰ ਸਕਦਾ ਕਿ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਜਾਂ ਮੈਂ ਕਦੀ ਕਿਸੇ ਕੋਲੋਂ ਮੰਗ ਕੇ ਰੋਟੀ ਖਾਧੀ ਹੋਵੇ। ਮੈਨੂੰ ਫਖਰ ਮਹਿਸੂਸ ਹੁੰਦਾ, ਮੈਂ ਚਾਹੇ ਆਪਣੇ ਟੈਲੈਂਟ ਦੇ ਨਾਲ ਕੀਤਾ, ਚਾਹੇ ਮੈਂ ਜਿੱਦਾਂ ਵੀ ਮਰਜ਼ੀ ਕੀਤਾ, ਲੋਕਾਂ ਨੇ ਮੈਨੂੰ ਕੀ ਕਿਹਾ, ਕਿਉਂ ਕਿਹਾ, ਕਿੰਤੂ ਪਰੰਤੂ ਜੋੜੇ, ਮੈਂ ਨਾ ਪਰਵਾਹ ਕਰਦਿਆਂ ਹੋਇਆਂ ਉਸ ਵਾਹਿਗੁਰੂ ਦਾ ਆਸਰਾ ਲੈ ਕੇ ਕੰਮ ਕੀਤਾ। ਤੇ ਇੱਕ ਸਵਾਲ ਮੈਂ ਹੋਰ ਕਰਾਂ, ਇਹ ਕਹਿੰਦੇ ਹੁੰਦੇ ਆ ਕਿ ਜਿਹੜੇ ਆਰਕੈਸਟਰਾ ਵਾਲੇ ਲੋਕ ਹੁੰਦੇ ਆ ਜਾਂ ਕੁੜੀਆਂ ਹੁੰਦੀਆਂ ਨੇ ਉਹ ਸ਼ਰਾਬ ਪੀਂਦੇ ਆ ਜਾਂ ਕੋਈ ਨਸ਼ੇ ਦਾ ਸੇਵਨ ਕਰਦੇ ਆ ਤਾਂ ਫਿਰ ਉਹ ਸਟੇਜ ਤੇ ਪਰਫਾਰਮ ਕਰ ਪਾਉਂਦੇ ਆ, ਕਿਉਂਕਿ ਇੱਕ ਦਿਨ ਦੇ ਵਿੱਚ 2-2 ਸ਼ੋਅ ਲਾਉਣੇ, ਇੱਕ ਸਵੇਰ ਦਾ ਇੱਕ ਰਾਤ ਦਾ, ਵੀ ਇਹ ਬਹੁਤ ਔਖੀ ਗੱਲ ਹੁੰਦੀ ਆ। ਆਮ ਬੰਦਾ ਕਹਿੰਦੇ ਇਹਨਾਂ ਨੱਚ ਨਹੀਂ ਸਕਦਾ, ਵੀ ਸ਼ਾਇਦ ਇਹ ਨਸ਼ਾ ਕਰਦੇ ਆ। ਕੋਈ ਐਸੀਆਂ ਗੱਲਾਂ ਹੁੰਦੀਆਂ ਨੇ, ਸੱਚਾਈ ਹੈ ਇਹਨਾਂ 'ਚ? ਤੁਸੀਂ ਆਪਦੇ ਤੇ ਲਾ ਕੇ ਦੱਸਿਓ ਇਹ ਗੱਲ। ਨਹੀਂ ਦੇਖੋ, ਅਸੀਂ ਤਾਂ ਜਿਹੜੇ ਵੀ ਬੈਨਰਾਂ ਤੇ ਕੰਮ ਕੀਤਾ ਸਾਨੂੰ ਨਹੀਂ ਪਤਾ, ਕਿਉਂਕਿ ਮੈਂ ਕਦੀ ਕਿਸੇ ਕੁੜੀ ਨੂੰ ਡਰਿੰਕ ਕਰਦਿਆਂ ਨਾ ਤੇ ਦੇਖਿਆ ਨਾ ਸਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਹੈ। ਮੈਂ ਰਾਏਕੋਟ ਦੀਆਂ ਪਾਰਟੀਆਂ ਨਾਲ ਕੰਮ ਕੀਤਾ, ਕਦੀ ਵੀ ਇਦਾਂ ਦੇ ਸਾਨੂੰ ਕਲਾਕਾਰ ਨਹੀਂ ਮਿਲੇ ਕਿ ਜਿਨ੍ਹਾਂ ਨੇ ਕੋਈ ਸ਼ਰਾਬਾਂ ਪੀਤੀਆਂ ਹੋਣ ਜਾਂ ਫਿਰ ਸ਼ਰਾਬ ਪੀ ਕੇ ਸਟੇਜ ਤੇ ਚੜੇ ਹੋਣ, ਕਿਉਂਕਿ ਹੁਣ ਬੈਨਰ ਵਾਲੇ ਬਹੁਤ ਸਮਝਦਾਰ ਨੇ, ਉਹ ਇਹੋ ਜਿਹੀਆਂ ਕੁੜੀਆਂ ਨੂੰ ਲੈਂਦੇ ਹੀ ਨਹੀਂ, ਕੈਰੀ ਨਹੀਂ ਕਰਦੇ ਉਹ। ਅੱਛਾ, ਹਾਂਜੀ, ਇਹ ਤੇ ਲੋਕਾਂ ਨੇ ਵਹਿਮ ਪਾਲਿਆ ਹੋਇਆ ਕਿ ਸ਼ਰਾਬ ਪੀ ਕੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਫਿਰ ਇਹੋ ਜਿਹਾ ਕਿਹੜਾ ਜੋਸ਼ ਹੁੰਦਾ ਹੈ ਜਿਹੜਾ ਤੁਹਾਨੂੰ 24 ਘੰਟੇ ਇਹ ਕਹਿੰਦਾ ਕਿ ਤੁਸੀਂ ਨੱਚੋ ਤੇ ਤੁਹਾਡੇ ਚਿਹਰੇ ਤੇ ਕਦੇ ਵੀ ਇਹ ਨਹੀਂ, ਮਾਯੂਸੀ ਨਜ਼ਰ ਨਹੀਂ ਆਉਂਦੀ ਹੈਗੀ ਜਦੋਂ ਤੁਸੀਂ ਕੋਈ ਵੀ ਆਰਕੈਸਟਰਾ ਵਾਲਾ ਸਟੇਜ ਤੇ ਪਰਫਾਰਮ ਕਰਦਾ? ਦੇਖੋ, ਜਦੋਂ ਰੋਜ਼ਗਾਰ ਦੀ ਘਾਟ ਹੁੰਦੀ ਹੈ ਨਾ ਤੇ ਉਦੋਂ ਬੰਦੇ ਨੂੰ ਭੁੱਖਾ ਢਿੱਡ ਜਿਹੜਾ ਨਾ ਉਹ ਛਾਲਾਂ ਮਾਰਨ ਤੇ ਮਜਬੂਰ ਕਰ ਦਿੰਦਾ। ਉਹੀ ਜਿਹੜੀ ਰੌਣਕ ਆ ਨਾ, ਭੁੱਖੇ ਢਿੱਡ ਦੀ ਰੌਣਕ ਜਿਹੜੀ ਆ, ਉਹੀ ਤੁਹਾਡੀਆਂ ਰੋਟੀਆਂ ਪੂਰੀ ਕਰਦੀ, ਉਹੀ એનર્ਜੀ ਹੁੰਦੀ ਹੈ। ਹਾਂਜੀ ਬਿਲਕੁਲ। ਅੱਛਾ, ਕਦੇ ਤੁਹਾਡੇ ਨਾਲ ਇਹ ਹੋਇਆ ਕਿ ਭੁੱਖੇ ਢਿੱਡ ਵੀ ਸਟੇਜਾਂ ਤੇ ਨੱਚਣਾ ਪਿਆ ਹੋਵੇ? ਹਾਂਜੀ ਬਿਲਕੁਲ, ਕਈ ਵਾਰੀ ਸਾਡਾ ਪ੍ਰੋਗਰਾਮ ਗੰਗਾ ਨਗਰ ਤੱਕ ਹੁੰਦਾ, ਗੱਡੀ ਸਾਡੇ ਦਰਾਂ ਮੂਰੇ ਹੁੰਦੀ ਆ, ਅਸੀਂ ਭੁੱਖੇ ਰਹਿੰਦੇ ਆ। ਅੱਜ ਕੱਲ ਕੈਟਰਿੰਗ ਸਿਸਟਮ ਹੈ, ਪਿੱਛੇ ਇੱਕ ਚੀਜ਼ ਨਹੀਂ ਆਉਂਦੀ ਹੈਗੀ, ਸਾਨੂੰ ਰਸਤਿਆਂ 'ਚ ਢਾਬਿਆਂ ਤੇ ਰੋਕ ਕੇ ਰੋਟੀ ਖਾਣੀ ਪੈਂਦੀ ਹੈ ਔਰ ਬਹੁਤ ਔਖਾ ਲੱਗਦਾ ਕਿ ਜਦੋਂ ਭੁੱਖੇ ਹੁੰਨੇ ਆ ਤੇ ਨੱਚਣਾ ਪੈਂਦਾ। ਪਰ ਉਸ ਟਾਈਮ ਦੇ ਉੱਤੇ ਹੁਣ ਆਰਗੇਨਾਈਜ਼ਰ ਦੀ ਸੁਣੀਏ ਜਾਂ ਆਪਣੀ ਸੁਣੀਏ? ਲੱਗਦਾ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਵੱਸ ਨਹੀਂ ਚੱਲਦੀ, ਜਿਹੜੇ ਆਰਗੇਨਾਈਜ਼ਰ ਹੁੰਦੇ ਆ ਉਹਨਾਂ ਦੇ ਹਿਸਾਬ ਨਾਲ ਚੱਲਦੀ ਹੈ ਜਦੋਂ ਸਟੇਜ ਤੇ ਹੁੰਦੇ? ਨਹੀਂ, ਸਿਰਫ ਇਹ ਗੱਲ ਆਰਗੇਨਾਈਜ਼ਰ ਤੇ ਹੀ ਨਹੀਂ ਹੁੰਦੀ, ਕਿਸੇ ਵੀ ਵਰਗ ਵਿੱਚ ਅਸੀਂ ਜਦੋਂ ਕੰਮ ਕਰਦੇ ਆ ਤੇ ਉਹ ਅਸੀਂ ਉਹਨਾਂ ਦੇ ਇੱਕ ਹਿਸਾਬ ਨਾਲ EMPLOYER ਆ, ਸਾਨੂੰ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਣਾ। ਹਰ ਚੀਜ਼ ਦਾ ਇੱਕ ਟਾਈਮ ਹੁੰਦਾ, ਹਰ ਚੀਜ਼ ਦਾ ਇੱਕ ਵਰਕਿੰਗ ਹੁੰਦਾ। ਉਸ ਹਿਸਾਬ ਨਾਲ ਹੁਣ ਸਾਡੀ ਵਰਕਿੰਗ ਇਦਾਂ ਦੀ ਹੈ, ਡੇ ਨੂੰ ਵੀ ਕੰਮ ਕਰਨਾ ਪੈਂਦਾ, ਨਾਈਟ ਨੂੰ ਵੀ ਕੰਮ ਕਰਦਾ, ਇਸ ਕਰਕੇ ਇੱਕ ਬੈਲੈਂਸ ਨਹੀਂ ਬਣ ਪਾਉਂਦਾ ਹੈਗਾ। ਕਿੰਨਾ ਸਮਾਂ ਹੁਣ ਤੱਕ, ਕਿੰਨਾ ਸਮਾਂ ਤੁਸੀਂ ਵੱਧ ਤੋਂ ਵੱਧ ਕਿੰਨੇ ਘੰਟੇ ਲਗਾਤਾਰ ਕੰਮ ਕੀਤਾ ਹੋਊਗਾ? ਮੈਂ ਹੁਣ ਜਿਹੜਾ ਅੱਜ ਦਾ ਪ੍ਰੈਜ਼ੈਂਟ ਦੌਰ ਆ ਉਹਦੇ ਵਿੱਚ ਇਹ ਕੰਮ ਕਾਫੀ ਘਟ ਗਿਆ। ਆਰਕੈਸਟਰਾ ਨੂੰ ਲੋਕ ਬਹੁਤ ਘੱਟ ਬੁੱਕ ਕਰਨ ਲੱਗ ਪਏ, ਪਰ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ 8 ਦੇ ਵਿੱਚ, ਉਸ ਟਾਈਮ ਤੇ ਮੈਂ ਬਹੁਤ ਕੰਮ ਕੀਤਾ, ਡੇ ਨਾਈਟ ਕੰਮ ਹੁੰਦਾ ਸੀ। 24 ਘੰਟੇ ਵੀ ਕੰਮ ਕਰੇ? ਹਾਂਜੀ, 24 ਘੰਟੇ ਵੀ ਕੰਮ ਕੀਤਾ, ਪਰ ਹੁਣ ਇਹ ਲਾਈਨ ਦੇ ਵਿੱਚ ਕੰਮ ਬਹੁਤ ਘਟ ਗਿਆ। ਅੱਛਾ, ਈਵਨ ਕੁੜੀਆਂ ਦੀ ਪੇਮੈਂਟ ਵੀ ਬਹੁਤ ਜ਼ਿਆਦਾ ਘਟ ਗਈ ਹੈ। ਔਰ ਹਾਂ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਸਾਡੀ ਲਾਈਨ ਦੇ ਵਿੱਚ ਜਿਹੜੇ ਮੁੰਡੇ ਕੰਮ ਕਰਦੇ ਆ ਨਾ, ਤੇ ਮੈਂ ਸਾਰੇ ਆਰਗੇਨਾਈਜ਼ਰਾਂ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਦੀਆਂ ਥੋੜੀਆਂ ਪੇਮੈਂਟਾਂ ਵਧਾਓ। ਉਹਨਾਂ ਦੇ ਵੀ ਢਿੱਡ ਲੱਗੇ ਹੋਏ ਆ, ਉਹਨਾਂ ਨੂੰ ਪੇਮੈਂਟ ਬਹੁਤ ਘੱਟ ਦਿੱਤੀ ਜਾਂਦੀ। ਇਹ ਕਾਰਨ ਕੀ ਹੈ? ਕੁੜੀਆਂ ਨੂੰ ਤਾਂ ਮੂੰਹ ਮੰਗੇ ਪੈਸੇ ਦਿੱਤੇ ਜਾਂਦੇ ਆ, ਮੁੰਡਿਆਂ ਤੇ ਨਾਲ ਮੈਂ ਪਿੱਛੇ ਵੀ ਗੱਲ ਕੀਤੀ ਬਾਈ ਨਾਲ, ਉੱਥੇ ਬਹੁਤ ਜ਼ਿਆਦਾ ਸ਼ੋਸ਼ਣ ਹੁੰਦਾ ਕਿ ਕਿਸੇ ਨੂੰ ਪੇਮੈਂਟ ਮੁੰਡੇ ਨੂੰ ਦੇਣੀ ਹੋਵੇ ਤਾਂ ਲੱਖ ਵਾਰ ਸੋਚਣਾ ਪੈਂਦਾ, ਤੇ ਜੇ ਕੁੜੀਆਂ ਨੂੰ ਦੇਣੀ ਹੋਵੇ ਤਾਂ ਫਟਾਫਟ ਨੋਟ ਨਿਕਲ ਜਾਂਦੇ ਆ। ਦੇਖੋ, ਇਹ ਪਬਲਿਕ ਦੀ ਡਿਮਾਂਡ ਹੈ। ਹੁਣ ਪਬਲਿਕ ਹੈ, ਇਹ ਨੇਤਾ ਤੇ ਅਭਿਨੇਤਾ, ਇਹ ਟੋਟਲੀ ਲੋਕਾਂ ਦੇ ਹੱਥ ਵਿੱਚ ਆ। ਹੁਣ ਲੋਕ ਪਸੰਦ ਕਰਦੇ ਆ ਕਿ ਹਾਂ ਕੁੜੀ ਆਉਣੀ ਚਾਹੀਦੀ ਆ ਸਟੇਜ ਤੇ, ਉਹ ਫਿਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਅਨਬੈਲੈਂਸ ਕਰ ਦਿੰਦੇ ਆ ਕਿ ਨਹੀਂ ਮੁੰਡਿਆਂ ਤੋਂ ਕੀ ਕਰਾਉਣਾ। ਪਰ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਬਹੁਤ ਚੁੱਭਦੀ ਆ ਕਿ ਮੁੰਡੇ ਸਾਡੇ ਨਾਲੋਂ ਕਿਤੇ ਜ਼ਿਆਦਾ ਵਰਕ ਕਰਦੇ ਆ, ਸਾਡੀ ਪੂਰੀ ਪਰਫਾਰਮੈਂਸ ਮੁੰਡਿਆਂ ਦੇ ਸਿਰ ਤੇ ਖੜੀ ਹੁੰਦੀ ਆ। ਤੇ ਇਸ ਚੀਜ਼ ਦੇ ਲਈ ਮੈਂ ਸਾਰੇ ਆਰਗੇਨਾਈਜ਼ਰਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਇਹਨਾਂ ਬਾਰੇ ਜ਼ਰੂਰ ਸੋਚੋ। ਬਹੁਤ ਮਿਹਨਤ ਹੁੰਦੀ ਹੈ, ਖਾਸ ਕਰਕੇ ਮੁੰਡਿਆਂ ਦੀ, ਸਾਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ। ਮੇਰਾ ਸਵਾਲ ਇੱਕ ਰਹਿ ਗਿਆ ਸੀ ਕਿ ਜਦੋਂ ਇਹ ਕੰਮ ਸ਼ੁਰੂ ਕੀਤਾ, ਰਿਸ਼ਤੇ ਦਾ ਪੇਕਾ ਪਰਿਵਾਰ ਸੀ, ਪੇਕੇ ਪਰਿਵਾਰ ਨੇ ਨਹੀਂ ਆ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ? ਨਹੀਂ, ਮੈਂ ਫਿਰ ਅਲੱਗ ਹੋ ਗਈ ਨਾ ਉਹਨਾਂ ਤੋਂ, ਮੈਂ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ ਕਦੀ। ਕਦੇ ਹੁਣ ਗੱਲਬਾਤ ਹੋ ਜਾਂਦੀ ਉਹਨਾਂ ਨਾਲ? ਨਹੀਂ, ਮੈਂ ਉਸ ਟਰੈਕ ਤੋਂ ਅਲੱਗ ਹੋ ਗਈ ਜੀ। ਮੈਂ ਕਦੀ ਕਿਸੇ ਨੂੰ ਪਿੱਛੇ ਮੁੜ ਕੇ ਨਹੀਂ ਦੇਖਿਆ, ਮੈਂ ਬਿਲਕੁਲ ਅੱਗੇ ਫਰੰਟ ਲਾਈਨ ਤੇ ਰਹੀ, ਮੈਂ ਕਦੀ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ। ਕਦੇ ਪੇਕੇ ਪਰਿਵਾਰ ਨਾਲ ਗੱਲ ਤੱਕ ਵੀ ਨਹੀਂ? ਨਹੀਂ।
ਮੈਂ ਕਦੀ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ। ਇੰਨਾ ਇਹ ਚੀਜ਼ ਆਈ ਕਿਵੇਂ? ਕਾਮ ਬੰਦਾ ਹੁੰਦਾ ਉਹ ਰਿਸ਼ਤੇ ਨਾਤੇ ਦੀਆਂ ਬੌਂਡਿੰਗਾਂ ਨਹੀਂ ਤੋੜ ਸਕਦਾ, ਫਿਰ ਤੁਹਾਡੇ 'ਚ ਇਹ ਚੀਜ਼ਾਂ ਕਿਵੇਂ ਆਈਆਂ ਕਿ ਸਾਰੇ ਰਿਸ਼ਤਿਆਂ ਤੋਂ ਆਜ਼ਾਦ ਹੋ ਕੇ ਇੱਕ ਚੱਲਣਾ, ਇੱਕ ਆਪਣਾ ਆਪਦਾ ਲਾਈਨ ਇੱਕ ਅਲੱਗ ਟਰੈਕ ਤੇ ਚੱਲਣੀ? ਮਨ ਨੂੰ ਗੱਠ ਦੇ ਦਿੱਤੀ ਕਿ ਨਹੀਂ ਹੁਣ ਬਸ ਇਸ ਟਰੈਕ ਤੇ ਤੁਰ ਪਏ ਆ, ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ। ਬਸ ਇਸ ਚੀਜ਼ ਨੇ ਮੈਨੂੰ ਇੰਨੀ ਕੁ ਜ਼ਿਆਦਾ ਪਾਵਰ ਦਿੱਤੀ, ਇਸ ਵਜ੍ਹਾ ਕਰਕੇ ਹੀ ਮੈਂ ਅੱਜ ਇੱਥੇ ਖੜੀ ਹਾਂ। ਅੱਛਾ, ਹਾਂਜੀ। ਤੇ ਕੋਈ ਹੋਰ ਕੋਈ ਗੱਲ ਜਿਹੜੀ ਦਿਲ ਦੇ ਵਿੱਚ ਅੱਜ ਵੀ ਹੋਵੇ ਤੇ ਕੈਮਰੇ ਸਾਹਮਣੇ ਸ਼ੇਅਰ ਕਰਨਾ ਚਾਹੁੰਦੇ ਹੋ, ਲੋਕਾਂ ਸਾਹਮਣੇ ਦੱਸਣੀ ਚਾਹੁੰਦੇ ਹੋ? ਨਹੀਂ, ਦਿਲ 'ਚ ਤੇ ਦੇਖੋ ਇਹੋ ਹੀ ਗੱਲ ਆ ਕਿ ਜਿਹੜੀਆਂ ਨਵੀਂ ਜਿਹੜੇ ਉੱਠੇ ਆ ਕਲਾਕਾਰ ਕੁੜੀਆਂ ਜਾਂ ਮੁੰਡੇ, ਉਹਨਾਂ ਨੂੰ ਮੈਂ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹੁੰਦੀ ਆ, ਪਲੀਜ਼ ਕਦੀ ਵੀ ਕਿਸੇ ਨੂੰ ਇਹ ਗੱਲ ਕਹਿ ਕੇ ਨਾ ਹਰਟ ਕਰੋ ਅੱਜ ਸਾਡਾ ਟਾਈਮ ਆ, ਕੱਲ ਤੇਰਾ ਟਾਈਮ ਸੀ। ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਸਟੇਜ ਕਦੀ ਕਿਸੇ ਦੀ ਨਿੱਤ ਨਹੀਂ ਹੁੰਦੀ, ਹਰ ਇੱਕ ਦਾ ਇੱਕ ਦੌਰ ਆਉਂਦਾ ਤੇ ਹਰ ਇੱਕ ਦਾ ਇੱਕ ਚਲਾ ਜਾਂਦਾ। ਇਸ ਕਰਕੇ ਕਿਸੇ ਨੂੰ ਗਲਤ ਤਰੀਕੇ ਨਾਲ ਜੱਜ ਕਰਨਾ, ਇਹ ਸਾਡੇ ਸਮਾਜ ਵਿੱਚ ਬਹੁਤ ਤਰਾਸਦੀ ਰਹਿ ਗਈ। ਇਸ ਲਈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੀ, ਕਦੀ ਕਿਸੇ ਨੂੰ ਛੋਟਾ ਨਾ ਦਿਖਾਓ। ਬਹੁਤ ਸਮਾਂ ਦਿੱਤਾ ਕੋਮਲ ਮੈਡਮ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ, ਤੁਸੀਂ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਹਾਂਜੀ, ਥੈਂਕ ਯੂ ਜੀ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਇਹ ਇੱਕ ਉਹ ਭੈਣ ਦਾ ਦਰਦ ਸੀ ਜਿਹੜਾ ਅਸੀਂ ਕੈਮਰੇ ਸਾਹਮਣੇ ਦਿਖਾਇਆ ਕਿ ਇੱਕ ਪਤਨੀ ਜਿਹਦਾ ਪਤੀ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ, ਮਜਬੂਰ ਹੁੰਦੀ ਹੈ, ਇੱਕ ਛੋਟਾ ਜਿਹਾ ਬੱਚਾ ਹੁੰਦਾ ਹੈ, ਜਿਹੜੀ ਧੀ ਹੁੰਦੀ ਹੈ, ਉਹਦਾ ਵੀ ਪਾਲਣ ਪੋਸ਼ਣ ਕਰਨਾ ਹੁੰਦਾ ਹੈ, ਤਾਂ ਆਪਣਾ ਰੁਜ਼ਗਾਰ ਇਹ ਇੱਕ ਆਰਕੈਸਟਰਾ ਕਿੱਤੇ ਨੂੰ ਚੁਣਦੇ ਆ ਤੇ ਉੱਥੋਂ ਆਪਣੇ ਪਰਿਵਾਰ ਦੇ ਲਈ ਰੋਟੀ ਲੈ ਕੇ ਆਉਂਦੇ ਆ, ਉਹ ਪਾਲਣ ਪੋਸ਼ਣ ਕਰਦੇ ਆ। ਕਦੇ ਵੀ ਇਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਨਾ ਉਠਾਇਆ ਕਰੋ, ਕਿਉਂਕਿ ਇਹਨਾਂ ਦਾ ਵੀ ਪਰਿਵਾਰ ਹੈ, ਇਹਨਾਂ ਦੇ ਵੀ ਢਿੱਡ ਲੱਗਿਆ ਹੋਇਆ। ਜਿਵੇਂ ਤੁਹਾਨੂੰ ਰੋਟੀ ਖਾਣ ਨੂੰ ਚਾਹੀਦੀ ਹੈ ਤਾਂ ਇਹਨਾਂ ਦਾ ਢਿੱਡ ਵੀ ਰੋਟੀ ਮੰਗਦਾ ਹੈ। ਤੇ ਕਦੇ ਵੀ ਇਹਨਾਂ ਨੂੰ ਮਾੜੀਆਂ ਨਿਗਾਹ ਦੇ ਨਾਲ, ਜਾਂ ਇਹ ਹੋ ਗਿਆ ਕਿ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਬਦਤਮੀਜ਼ੀਆਂ ਕਰਕੇ, ਜਾਂ ਉੱਥੇ ਇਹਨਾਂ ਨੂੰ ਇਹ ਕਿਹਾ ਜਾਵੇ ਕਿ ਇੱਕ ਰਾਤ ਦਾ ਕੀ ਲਓਗੇ, ਤਾਂ ਇਹ ਗੱਲਾਂ ਸਾਰੀਆਂ ਨਾ ਕਰਿਆ ਕਰੋ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਉਹ ਲੋਕਾਂ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਜਿਹੜੇ ਲੋਕ ਐਸੀਆਂ ਗੱਲਾਂ ਬਾਤਾਂ ਇਹਨਾਂ ਨਾਲ ਸ਼ੋਅ ਤੇ ਕਰਦੇ ਆ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਘੈਂਟ ਪੰਜਾਬੀ। ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀਡੀਓ ਕਿਵੇਂ ਦੀ ਲੱਗੀ।